ਸਤਨਾਮ ਵਾਹਿਗੁਰੂ ਜੀਓ। ਜਿਉ ਭਾਵੈ ਤਿਉ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਨਸ ਰਾਤ, ਹਰ ਲਾਜ ਰਖਾਇ। ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਇ। ਸਤਨਾਮ ਵਾਹਿਗੁਰੂ ਜੀਓ। ਗੌੜੀ ਮਹੱਲਾ ਨੌਵਾਂ। ਨਰ ਅਚੇਤ ਪਾਪ ਤੇ ਡਰ ਰੇ, ਦੀਨ ਦਇਆਲ ਸਗਲ ਪੈ ਪੰਜਨ। ਸ਼ਰਨ ਤਾਹੇ ਤੁਮ ਪਰ ਰੇ ਰਹਾਉ, ਵੇਦ ਪੁਰਾਨ ਜਾਸ ਗੁਣ ਗਾਵਤ। ਤਾਕੋ ਨਾਮ ਖੀਐ ਮੋਹ ਤਰ ਰੇ, ਪਾਵਨ ਨਾਮ ਜਗਤ ਮੈਂ ਹਰ ਕੋ। ਸਿਮਰ ਸਿਮਰ ਕਸਮਲ ਸਭ ਹਰ ਰੇ, ਮਾਨਸ ਦੇ ਬੋਰ ਨਹਿ ਪਾਵੈ। ਕਛੂ ਪਾਉ ਮੁਕਤ ਕਾ ਕਰ ਰੇ, ਨਾਨਕ ਕਹਿਤ ਗਾਏ ਕਰੁਣਾ ਮੈਂ। ਭਵ ਸਾਗਰ ਕੈ ਪਾਰ ਉਤਰ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ, ਜਿਨ੍ਹਾਂ ਦੀ ਅਪਾਰ ਰਹਿਮਤ ਦਾ ਸਦਕਾ ਆਪਾਂ ਉਹਨਾਂ ਦੇ ਪਾਵਨ ਪਵਿੱਤਰ ਉਪਦੇਸ਼ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੁਭਾਇਮਾਨ ਹਨ, ਉਹਨਾਂ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ। ਸਤਿਗੁਰੂ ਜੀ ਨੇ ਕਿਰਪਾ ਕਰਕੇ ਗੌੜੀ ਰਾਗ ਅੰਦਰ 9 ਸ਼ਬਦ ਉਚਾਰਨ ਕੀਤੇ ਹਨ। ਅੱਜ 9ਵਾਂ ਸ਼ਬਦ ਹੈ, ਜਿਸ ਅੰਦਰ ਗੁਰੂ ਦਾਤਾ ਜੀ ਕਿਰਪਾ ਕਰਕੇ ਹੁਕਮ ਕਰ ਰਹੇ ਨੇ, ਨਰ ਅਚੇਤ ਪਾਪ ਤੇ ਡਰ ਰੇ। ਵਿਦਵਾਨਾਂ ਨੇ 2 ਤਰ੍ਹਾਂ ਨਾਲ ਇਸ ਪੰਕਤੀ ਦੇ ਅਰਥ ਲਏ ਨੇ। ਬਹੁਤਿਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈਏ, ਅਚੇਤ ਦਾ ਸੰਬੰਧ ਨਰ ਨਾਲ ਹੈ। ਅਚੇਤ ਗਾਫਲ, ਰੱਬ ਤੋਂ ਭੁੱਲਾ ਖੋਇਆ ਇਨਸਾਨ, ਮਨੁੱਖ, ਜਿਸ ਨੂੰ ਪਤਾ ਨਹੀਂ, ਜਿਹੜਾ ਸੁੱਤਾ ਖੋਇਆ ਏ, ਜਾਗਦਾ ਨਹੀਂ, ਉਹਨੂੰ ਕਿਹਾ ਗਿਆ ਕਿ ਮੂਰਖ ਇਨਸਾਨ, ਇਹ ਗਾਫਲ ਮਨੁੱਖ, ਪਾਪ ਤੇ ਡਰ ਰੇ। ਪਾਪ ਤੋਂ ਡਰ, ਪਾਪ ਨਾ ਕਰ। ਪਾਪ ਕਰਨ ਲੱਗਿਆਂ ਤੇਰੇ ਅੰਦਰ ਭੈ ਚਾਹੀਦਾ। ਪਰ ਕੁਛ ਵਿਦਵਾਨਾਂ ਦੀ ਰਾਏ ਹੈ, ਨਰ ਅਚੇਤ ਪਾਪ ਤੇ ਡਰ ਰੇ। ਵਿਸਰਾਮ ਨਰ ਤੇ ਲਾ ਕੇ ਅਚੇਤ ਨੂੰ ਪਾਪਾਂ ਨਾਲ ਜੋੜਦੇ ਨੇ। ਉਹ ਅਰਥ ਕਰਦੇ ਹਨ ਵੀ ਇੱਕ ਤਾਂ ਉਹ ਪਾਪ ਨੇ ਜਿਹੜੇ ਸਾਹਮਣੇ ਲੋਕਾਂ ਦੇ ਪ੍ਰਗਟ ਹੋ ਜਾਂਦੇ ਨੇ, ਪਰ ਇੱਕ ਉਹ ਪਾਪ ਨੇ
ਜਿਹੜੇ ਮਨ ਕਰਕੇ ਹਮੇਸ਼ਾ ਇਨਸਾਨ ਦੇ ਅੰਦਰ ਚੱਲਦੇ ਰਹਿੰਦੇ। ਇਹੋ ਜਿਹੇ ਪਾਪ ਜਿਨ੍ਹਾਂ ਨੂੰ ਇਹ ਕਦੇ ਜ਼ਿੰਦਗੀ ਭਰ ਕਿਸੇ ਭੈਣ ਭਰਾ ਮਿੱਤਰ ਦੋਸਤ ਨੂੰ ਦੱਸ ਵੀ ਨਹੀਂ ਸਕਦਾ। ਜੋ ਕੁਛ ਮਨ ਇਹਦੇ ਕੋਲੋਂ ਪਾਪ ਕਰਵਾਉਂਦਾ ਹੈ, ਅੰਦਰੋਂ ਜਿਹੜੇ ਫੁਰਨੇ ਕਰਦਾ ਏ, ਇਹੋ ਜਿਹੇ ਕਈ ਵਾਰ ਇਨਸਾਨ ਕੰਬ ਜਾਂਦਾ ਆਪਣੀ ਸੋਚਣੀ ਨੂੰ ਵੇਖ ਕੇ ਵੀ ਮੇਰੇ ਅੰਦਰ ਇਹੋ ਜਿਹੇ ਫੁਰਨੇ ਆ ਰਹੇ ਹਨ। ਸਤਿਗੁਰਾਂ ਦੇ ਕੋਲ ਬੈਠ ਕੇ ਸਤਿਗੁਰਾਂ ਲਈ ਮੰਦੇ ਖਿਆਲਾਂ ਦਾ ਆ ਜਾਣਾ, ਰਸਤੇ ਵਿੱਚ ਤੁਰਦਿਆਂ ਜਾਂਦਿਆਂ ਕਿਸੇ ਕੋਲੋਂ ਕੁਝ ਖੋਹ ਲੈਣਾ, ਕਿਸੇ ਰੂਪ ਤੇ ਮੋਹ ਖੋਣਾ, ਵੀ ਉਹ ਜਿਹੜੇ ਪਾਪ ਮਨ ਕਰਕੇ ਕੀਤੇ ਜਾਂਦੇ ਨੇ, ਸਤਿਗੁਰੂ ਜੀ ਦਾ ਹੁਕਮ ਹੈ ਉਹਨਾਂ ਦਾ ਵੀ ਕੱਲੇ ਦਾ ਤੈਨੂੰ ਲੇਖਾ ਜੋਖਾ ਦੇਣਾ ਪੈਣਾ ਹੈ। ਉਹਨਾਂ ਤੋਂ ਵੀ ਡਰ, ਜਿਹੜੇ ਪ੍ਰਗਟ ਨੇ ਉਹਨਾਂ ਤੋਂ ਤਾਂ ਡਰਨਾ ਹੀ ਹੈ, ਪਰ ਜਿਹੜੇ ਮਨ ਕਰਕੇ ਪਾਪ ਖੋ ਰਹੇ ਨੇ ਖਿਆਲਾਂ ਕਰਕੇ, ਉਹਨਾਂ ਤੋਂ ਵੀ ਡਰ। ਇਹਨਾਂ ਨੂੰ ਰੋਕਿਆ ਜਾ ਸਕਦਾ ਹੈ। ਇੱਕੋ ਤਰੀਕਾ ਹੈ ਨਿਰੰਕਾਰ ਦਾ ਸਿਮਰਨ, ਉਹਦੀ ਬਖਸ਼ਿਸ਼, ਉਹਦੀ ਮਿਹਰ ਹੀ ਰੋਕ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਪਿਆਰਿਓ, ਗੱਲਾਂ ਦੋਵੇਂ ਠੀਕ ਹਨ। ਮਨ 'ਤੇ ਪਹਿਰਾ ਦੇਣਾ ਵੀ ਇਹ ਗਲਤ ਖਿਆਲ ਨਾ ਕਰੇ, ਕਿਉਂਕਿ ਸਤਿਗੁਰਾਂ ਦੇ ਬਚਨ ਨੇ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਬੰਦਾ ਪਹਿਲਾਂ ਪਾਪ ਕਰਦਾ ਫਿਰ ਉਹਨੂੰ ਲੁਕਾਉਂਦਾ ਰਹਿੰਦਾ ਹੈ। ਸਾਹਿਬ ਕਹਿੰਦੇ ਬੰਦਿਆਂ ਕੋਲੋਂ ਲੁਕੋ ਲੋਗੇ, ਰੱਬ ਕੋਲੋਂ ਨਹੀਂ ਉਹ ਲੁਕੇ ਰਹੇ ਨੇ। ਪ੍ਰਗਟ ਭਏ ਨਿਦਾਨ ਸਭ ਜਬ ਪੁੱਛੇ ਧਰਮ ਰਾਏ। ਜਿੰਨੇ ਪਾਪ ਕੀਤੇ ਉਹਨਾਂ ਦੀ ਲਿਸਟ ਜੋ ਵੀ ਹੈ ਉਹ ਸਾਂਭੀ ਹੋਈ। ਜਦੋਂ ਅੰਤ ਵੇਲਾ ਆਏਗਾ ਧਰਮਰਾਜ ਉਹ ਲੰਬੀ ਲਿਸਟ ਸਾਡੀ ਪਾਪਾਂ ਦੀ ਕੱਢ ਕੇ ਸਾਡੇ ਸਾਹਮਣੇ ਰੱਖ ਦੇਗਾ। ਇਸ ਕਰਕੇ ਉਹਨਾਂ ਪਾਪਾਂ ਤੋਂ ਡਰ, ਕਿਉਂਕਿ ਉਹ ਸਦ ਸੁਣਦਾ ਸਦ ਵੇਖਦਾ, ਉਹ ਅੰਦਰੋਂ ਵੇਖ ਰਿਹਾ ਏ। ਅਸੀਂ ਅੰਦਰੋਂ ਕੀ ਕਰ ਰਹੇ ਹਾਂ, ਬਾਹਰੋਂ ਕੀ ਕਰ ਰਹੇ ਹਾਂ, ਪਰ ਸਤਿਗੁਰਾਂ ਨੇ ਮਿਹਰ ਕੀਤੀ ਸਾਡੇ ਉੱਪਰ। ਦੋਨੋਂ ਤਰੀਕੇ ਨਾਲ ਹੁਕਮ ਹੈ ਗਾਫਲ ਮਨੁੱਖ ਪਾਪ ਕਰਨ ਤੋਂ ਡਰ। ਪਰ ਸਵਾਲ ਇਹ ਭਈ ਪਾਪ ਕਿਹਨੂੰ ਕਿਹਾ ਜਾਂਦਾ ਹੈ? ਪਾਪ ਜਦੋਂ ਇਨਸਾਨ ਕਰਦਾ ਏ ਤੇ ਪਾਪ ਦੀ ਪਰਿਭਾਸ਼ਾ ਕੀ ਹੈ? ਪਾਪ ਨਾਲ ਕਿੰਨਾ ਜ਼ਿੰਦਗੀ ਦਾ ਅਸੀਂ ਨੁਕਸਾਨ ਕਰ ਬੈਠਦੇ ਹਾਂ। ਸਤਿਗੁਰਾਂ ਨੇ ਕਿਰਪਾ ਕੀਤੀ, ਪਾਪ ਕੋਈ ਇੱਕ ਚੀਜ਼ ਨਹੀਂ, ਪਰ ਮੁੱਖ ਤੌਰ 'ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ। ਉਹ ਕਹਿੰਦੇ, ਕਬੀਰ ਪਾਪੀ ਭਗਤ ਨਾ ਭਾਵੇ, ਕਰ ਪੂਜਾ ਨਾ ਸੁਖਾਏ। ਜਿਹੜੇ ਮਨੁੱਖ ਨੇ ਪਾਪ ਤੇ ਅਨੇਕਾਂ ਕਨ ਗੁਰੂ ਕੇ ਪਿਆਰਿਓ ਆਪਾਂ ਜਾਣ ਦੇਖਾਂ, ਝੂਠ ਬੋਲਣਾ, ਕਿਸੇ ਨੂੰ ਦੁੱਖ ਦੇਣੇ, ਨਸ਼ੇ ਕਰਨੇ, ਇਹ ਸਾਰਾ ਕੁਝ, ਨਿੰਦਾ ਕਰਨੀ, ਚੁਗਲੀ ਕਰਨੀ, ਈਰਖਾ ਕਰਨੀ, ਸਾੜਾ ਕਰਨੀ, ਕਿਸੇ ਦਾ ਹੱਕ ਮਾਰ ਕੇ ਆਪਣੇ ਘਰ ਵਿੱਚ ਭੋਜਨ ਲਿਆਉਣਾ ਪਾਪ ਨੇ। ਪਰ ਕਹਿੰਦੇ ਉਹਨਾਂ ਪਾਪਾਂ ਨਾਲ, ਮਾੜੇ ਕਰਮਾਂ ਨਾਲ ਜਿਹੜਾ ਅੰਦਰ ਮੈਲਾ ਹੁੰਦਾ, ਉਹਦੀ ਨਿਸ਼ਾਨੀ ਕੀ ਹੈ? ਵੀ ਪਾਪੀ ਮਨੁੱਖ ਨੂੰ ਰੱਬ ਦੀ ਭਗਤੀ ਨਹੀਂ ਚੰਗੀ ਲੱਗਦੀ, ਅਕਾਲ ਪੁਰਖ ਦੀ ਪੂਜਾ ਨਹੀਂ ਚੰਗੀ ਲੱਗਦੀ। ਉਹਦੀ ਹਾਲਤ ਕੈਸੀ ਹੈ? ਮਾਖੀ ਚੰਦਨ ਪਰ ਕਰੈ ਜਹ ਬੇਗੰਧ ਤੈ ਜਾਏ। ਜੇ ਮੱਖੀ ਚੰਦਨ ਨੂੰ ਛੱਡ ਕੇ ਕਿਸੇ ਗੰਧ 'ਤੇ ਬਹਿ ਜਾਵੇ, ਨਿਰੰਕਾਰ ਚੰਦਨ ਵਰਗਾ ਉਹਨੂੰ ਛੱਡ ਕੇ ਤੇ ਇਹਨਾਂ ਭੈੜੀ ਜਗ੍ਹਾ 'ਤੇ ਬਹਿਣਾ। ਤੋ ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਪਾਪਾਂ ਤੋਂ ਬਚੋ, ਕਦੇ ਵੀ ਪਾਪ ਨਾ ਕਰੋ। ਇੱਕ ਪਦਮ ਪੁਰਾਣ ਦੇ ਅੰਦਰ ਬਾਹਰਲੇ ਪਾਪਾਂ ਦਾ ਜ਼ਿਕਰ ਕੀਤਾ ਹੈ। ਬਾਹਰਲੇ ਨਸ਼ੇ ਨੇ ਨਾ, ਜਦੋਂ ਵੀ ਇਨਸਾਨ ਨੇ ਕੋਈ ਪਾਪ ਕਰਨੇ ਹੋਣ ਤਾਂ ਇਹ ਪਹਿਲਾਂ ਨਸ਼ੇ ਦੀ ਵਰਤੋਂ ਕਰਦਾ ਹੈ, ਕਿਉਂਕਿ ਨਸ਼ੇ ਤੋਂ ਬਗੈਰ ਇਹਦੀ ਆਤਮਾ ਨੂੰ ਝੰਜੋੜਤੀ ਕਰਨ ਨਹੀਂ ਦਿੰਦੀ। ਨਸ਼ਾ ਪੀ ਕੇ ਕੁਝ ਮਦਖੋਸ਼ ਜਿਹਾ ਹੋ ਜਾਂਦਾ ਹੈ, ਉਹਦੇ ਕਰਕੇ ਫਿਰ ਇਹ ਉਸ ਪਾਪ ਨੂੰ ਹੱਥ ਪਾਉਂਦਾ ਹੈ। ਪਦਮ ਪੁਰਾਣ ਦੇ ਕੁਝ ਬਚਨ ਨੇ ਵਿਦਵਾਨਾਂ ਨੇ ਅੰਕਿਤ ਕੀਤੇ। ਉਹ ਕਹਿੰਦੇ, ਬੀਜਿਆ ਕਲਪੰਤ ਏਕੰਚ। ਜਿਹੜਾ ਬੰਦਾ ਭੰਗ ਪੀਂਦਾ ਹੈ, ਉਹ ਨਸ਼ਾ ਕਰੇ, ਪਾਪ ਹੈ, ਉਹਨੂੰ ਇੱਕ ਨਰਕ ਭੋਗਣਾ ਪੈਂਦਾ ਹੈ। 10 ਕਲਪੰਤ ਨਾਗਨੀ। ਨਾਗਨੀ ਕਹਿੰਦੇ ਨੇ ਗੁਰੂ ਕੇ ਪਿਆਰੇ ਅਫੀਮ ਨੂੰ। ਕਹਿੰਦੇ ਜਿਹੜਾ ਇਸ ਅਫੀਮ ਦੀ ਵਰਤੋਂ ਕਰਦਾ ਹੈ ਉਹਨੂੰ 10 ਵਾਰ ਨਰਕ ਭੋਗਣੇ ਪੈਂਦੇ ਨੇ। ਪਦਮ ਪੁਰਾਣ ਨੇ ਬਚਨ ਲਿਖੇ, ਕੋਈ ਐਵੇਂ ਕਿਸੇ ਨੂੰ ਡਰਾਉਣ ਲਈ ਨਹੀਂ ਹਨ। ਜੋ ਕੁਛ ਗੁਰੂ ਕੇ ਪਿਆਰਿਓ ਰੱਬ ਦੇ ਪਿਆਰਿਆਂ ਨੇ ਦੇਖਿਆ ਉਹਨੂੰ ਬਿਆਨ ਕੀਤਾ ਹੈ।
ਤੁਸੀਂ ਵੇਖਦੇ ਹੋ ਤੇ ਨਾਗਨੀ ਐਖੋ ਜਈਏ ਜਿਨ੍ਹਾਂ ਨੂੰ ਅਫੀਮ ਦਾ ਨਸ਼ਾ ਲੱਗ ਜਾਏ ਉਹ ਛੁੱਟ ਨਹੀਂ ਸਕਦਾ, ਭਾਵੇਂ ਘਰ ਤੇ ਭਾਂਡੇ ਵਿਕ ਜਾਣ। ਇੱਕ ਤੇ ਨਰਕ ਇੱਥੇ ਹੀ ਬਣ ਗਿਆ ਜ਼ਿੰਦਗੀ ਦੇ ਅੰਦਰ, ਬਾਕੀ ਅੱਗੇ ਜਾ ਕੇ ਨਿਰੰਕਾਰ ਨੇ ਕਿਤਨੇ ਭੁਗਤਾਣੇ ਹਨ ਇਹ ਉਹ ਜਾਣੇ। ਪਦਮ ਪੁਰਾਣ ਵਾਲੇ ਲਿਖਦੇ ਹਨ ਭਈ ਭੰਗ ਪੀਣ ਵਾਲਾ ਇੱਕ ਨਰਕ, ਨਾਗਨੀ ਅਫੀਮ ਖਾਣ ਵਾਲਾ 10, ਬਾਰਨੇ ਸਹੰਸਰ ਕਲਪੰਤ ਸ਼ਰਾਬ ਦੀ ਵਰਤੋਂ ਕਰਨੀ। ਇਹਦੇ ਨਾਲ ਗੁਰੂ ਕੇ ਪਿਆਰਿਓ ਕਹਿੰਦੇ ਹਜ਼ਾਰਾਂ ਨਰਕਾਂ ਦਾ ਦੁੱਖ ਸਹਿਣਾ ਪੈਂਦਾ ਹੈ। ਧੂਮਰਪਾਨ ਸੰਖਿਆਨ ਵਿਦਿਅੰਤੇ, ਕਹਿੰਦੇ ਜਿਹੜਾ ਕੋਈ ਤੰਬਾਕੂ ਦੀ ਵਰਤੋਂ ਕਰੇ ਉਹ ਤੇ ਗਿਣਤੀ ਨਹੀਂ ਨਾ ਕਿੰਨੇ ਕੁ ਨੂੰ ਨਰਕ ਭੋਗਣੇ ਪੈਂਦੇ ਨੇ। ਧੂਮਰਪਾਨ ਵਿਪਰੰਗ ਦਾਨਕ ਜਯੰਤੀ ਜੋ ਨਰਾ, ਅੱਗੇ ਇੱਕ ਹੋਰ ਪਿਆਰਾ ਬਚਨ ਨੇ, ਕਹਿੰਦੇ ਜਿਹੜਾ ਕੋਈ ਬ੍ਰਾਹਮਣ ਹੋ ਕੇ ਤੰਬਾਕੂ ਦੀ ਵਰਤੋਂ ਕਰੇ ਉਹਨੂੰ ਜਿਹੜਾ ਬੰਦਾ ਦਾਨ ਕਰਦਾ ਹੈ, ਕਹਿੰਦੇ ਦੇਖੋ ਕੀ ਹੈ ਉਹਨਾਂ ਦੀ ਬੜੀ ਵੱਡੀ ਸਜ਼ਾ ਲਿਖੀ ਹੋਈ ਹੈ ਪਦਮ ਪੁਰਾਣ ਦੇ ਅੰਦਰ ਦੋਨਾਂ ਲਈ। ਧੂਮਰਪਾਨ ਕਰਨ ਵਾਲਾ ਬ੍ਰਾਹਮਣ ਜਿਹੜਾ ਵਿਪਾਰੇ, ਕਹਿੰਦੇ ਉਹਨੂੰ ਸੂਰ ਦੀ ਜੂਨ ਵਿੱਚ ਪੈਣਾ ਪੈਂਦਾ, ਤੇ ਜਿਹੜਾ ਦਾਨ ਕਰਦਾ ਉਹਨੂੰ ਕਈ ਨਰਕ ਭੋਗਣੇ ਪੈਂਦੇ। ਦਾਤਾ ਨਰਕ ਜਯੰਤੇ ਬ੍ਰਾਹਮਣ ਗ੍ਰਾਮ ਸ਼ੁਕਰੇ। ਤੋ ਮੇਰੇ ਕਹਿਣ ਤੋਂ ਮੁਰਾਦ ਪਹਿਲਾ ਬੰਦਾ ਇਹ ਜਿਹੜਾ ਨਸ਼ੇ ਕਰਦਾ, ਇਹਨਾਂ ਦੀਆਂ ਸਜ਼ਾਵਾਂ ਕਿਤਨੀਆਂ ਤਗੜੀਆਂ ਨੇ। ਇੱਕ ਜਨਮ ਤਾਂ ਇੱਥੇ ਹੀ ਸਾਰਾ ਪਰਿਵਾਰ ਇਹ ਭੋਗਦਾ ਏ ਗੁਰੂ ਕੇ ਪਿਆਰਿਓ, ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਡੇ ਉੱਪਰ। ਕਹਿੰਦੇ ਬੰਦਾ ਰੱਬ ਨੂੰ ਭੁੱਲ ਕੇ ਦਾ ਜੀਵਨ ਕਿਹੋ ਜਿਹਾ ਪਾਪਾਂ ਭਰਿਆ ਹੋ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਉਹਨਾਂ ਨੇ ਸਮਝਾਉਣ ਲਈ ਦੋ ਹਿੱਸਿਆਂ 'ਚ ਇਸਤਰੀ ਅਤੇ ਮਰਦ ਦੀ ਬਹੁਤ ਪਿਆਰੀ ਪਾਪਾਂ ਦੀ ਵਿਆਖਿਆ ਕੀਤੀ ਹੈ। ਸਾਹਿਬ ਕਹਿੰਦੇ ਰੰਨਾ ਖੂਹੀਆਂ ਬੋਧੀਆਂ ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ, ਸ਼ਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਕਹਿੰਦੇ ਔਰਤ ਬੋਧੀਆ ਦਾ ਮਤਲਬ ਹੁੰਦਾ ਚੰਚਲਤਾ। ਔਰਤ ਨੇ ਕੀ ਕੀਤਾ, ਪਾਪਾਂ ਨੂੰ ਭੋਗਣ ਲਈ ਇਹਨੇ ਚੰਚਲਤਾ ਆਪਣੇ ਵਿੱਚੋਂ ਪ੍ਰਗਟ ਕੀਤੀ। ਇਸ ਨੇ ਉਸ ਚੰਚਲਤਾ ਨੂੰ ਪ੍ਰਗਟ ਕਰਨ ਲਈ ਇਹਨੇ ਸ਼ੀਲ ਕੋਈ ਸ਼ਰਮ ਤੋਂ ਕੰਮ ਨਹੀਂ ਲਿਆ, ਸੰਜਮ ਕੋਈ ਨਹੀਂ ਕਿਸੇ ਚੀਜ਼ ਦਾ, ਕੱਪੜੇ ਇਸ ਨੇ ਪੂਰੇ ਨਹੀਂ ਪਾੜੇ। ਇਹੋ ਜਿਹੇ ਕੱਪੜੇ ਪਾੜਨੇ ਜਿਹਦੇ ਨਾਲ ਜਿਹੜਾ ਪੁਰਸ਼ ਸਯਾਦ ਅਰਥ ਹੁੰਦਾ ਸ਼ਿਕਾਰੀ, ਇਹਨੇ ਕੱਪੜਿਆਂ ਦਾ ਰੰਗ ਖਾਣਾ ਪੀਣਾ ਇਹੋ ਜਿਹਾ, ਬੋਲ ਚਾਲ ਇਹੋ ਜਿਹੀ ਵੀ ਇਹਦੀ ਚੰਚਲਤਾ ਦੁਨੀਆ ਸਾਹਮਣੇ ਪ੍ਰਗਟ ਹੋਵੇ। ਪੁਰਸ਼ ਇਹਦੇ ਰੂਪ ਦੇ ਸ਼ਿਕਾਰੀ ਹੋ ਗਏ। ਕਹਿੰਦੇ ਸਾਰੀ ਦੁਨੀਆ ਬਸ ਇਹ ਕੁਝ ਕਰ ਰਹੀ ਹੈ। ਔਰਤਾਂ ਜਿਹੜੀਆਂ ਨੇ ਉਹ ਚੰਚਲ ਬਣ ਕੇ ਆਪਣੇ ਤਨ ਨੂੰ ਵੇਚਣ ਲਈ ਵੱਖ-ਵੱਖ ਰੂਪ ਬਣਾਉਂਦੀਆਂ ਹਨ। ਆਦਮੀ ਸ਼ਿਕਾਰੀ ਹੋ ਰਹੇ ਹਨ। ਪਿਆਰਿਓ ਇਹਦੇ ਨਾਲ ਨਾ ਕੋਈ ਦੁਨੀਆ ਵਿੱਚ ਸ਼ੀਲ ਸ਼ਰਮ ਰਹੀ, ਨਾ ਕੋਈ ਸੰਜਮ ਰਿਹਾ ਖਾਣ ਦਾ, ਨਾ ਪਹਿਨਣ ਦਾ, ਨਾ ਬੋਲਣ ਦਾ। ਗੁਰੂ ਕੇ ਪਿਆਰਿਓ ਸਤਿਗੁਰੂ ਜੀ ਕਹਿੰਦੇ ਨੇ ਪਤਾ ਨਹੀਂ ਕੀ ਕੁਝ ਖਾਈ ਜਾ ਰਹੇ ਨੇ। ਇੰਝ ਲੱਗਦਾ ਜਿਵੇਂ ਸ਼ਰਮ ਤਾਂ ਨਾ ਆਪਣੇ ਘਰ ਜੋ ਦਾਤੇ ਨੇ ਦਿੱਤੀ ਸੀ ਨਾ, ਔਰਤ ਦਾ ਗਹਿਣਾ ਹੀ ਸ਼ਰਮ ਹੈ। ਸਿਆਣੇ ਮੈਨੂੰ ਕਹਿੰਦੇ ਸੀ ਨਾ, ਬੀਬਾ ਕੱਪੜਾ ਲੈ ਕੇ ਸਿਰ 'ਤੇ ਰੱਖ, ਇਹ ਬੀਬਾ ਦਾ ਸ਼ਰਮ ਦਾ ਗਹਿਣਾ ਹੈ। ਅੱਖ ਨੀ ਇੰਕਾਰ। ਜਦੋਂ ਉਹ ਨਾ ਰਹੀ, ਸਤਿਗੁਰੂ ਕਹਿੰਦੇ ਜਿਹੜੀ ਨਿਰੰਕਾਰ ਨੇ ਸ਼ਰਮ ਦਿੱਤੀ ਸੀ ਔਰਤ ਨੂੰ ਤੇ ਮਰਦ ਨੂੰ, ਮਰਦ ਸ਼ਿਕਾਰੀ ਬਣ ਕੇ ਤੁਰਿਆ ਫਿਰਦਾ। ਔਰਤ ਉਹਦਾ ਸ਼ਿਕਾਰ ਖੋਣ ਲਈ, ਉਸ ਨੂੰ ਪ੍ਰੇਰਨਾ ਕਰਨ ਲਈ ਕਈ ਤਰ੍ਹਾਂ ਦੇ ਰੂਪ ਬਦਲਦੀ ਹੈ। ਕਿਤਨੇ ਵੱਡੇ ਪਾਪ ਖੋ ਰਹੇ ਹਨ। ਕਹਿੰਦੇ ਇੰਝ ਲੱਗਦਾ ਵੀ ਸ਼ਰਮ ਆਪਣੇ ਘਰ ਵਾਪਸ ਚਲੀ ਗਈ, ਬੰਦੇ ਦੇ ਪੱਲੇ ਇੱਜ਼ਤ ਕੋਈ ਨਹੀਂ ਰਹਿ ਗਈ। ਗੁਰੂ ਕੇ ਪਿਆਰਿਓ ਇਹ ਦੁਨੀਆ ਦਾ ਨਕਸ਼ਾ ਹੈ, ਪਰ ਜਿਹੜੇ ਰਸਤੇ 'ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਤੋਰਿਆ ਹੈ, ਉਹਨਾਂ ਨੇ ਹੁਕਮ ਕੀਤੇ ਨੇ ਵੀ ਇਹਨਾਂ ਪਾਪਾਂ ਤੋਂ ਬਚੀਏ। ਸਾਨੂੰ ਸਤਿਗੁਰੂ ਅੱਜ ਵੀ ਕਿਰਪਾ ਕਰਕੇ ਆਖ ਰਹੇ ਨੇ ਨਾ ਵੀ ਇਹ ਪਾਪ ਮਾੜਾ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਕੇ ਪਿਆਰੇ ਇਸ ਜੋਤ ਨੇ ਸਾਨੂੰ ਸੁਚੇਤ ਕੀਤਾ ਹੈ। ਕੇਵਲ ਸੁਚੇਤ ਨਹੀਂ ਕੀਤਾ, ਇੱਕ ਹੁੰਦਾ ਕਿਸੇ ਨੂੰ ਸਿੱਖਿਆ ਦੇ ਦੇਣੀ, ਸਿੱਖਿਆ ਦੇਣ ਵਾਲਾ ਆਪਣੇ ਘਰ ਚਲਾ ਗਿਆ, ਲੈਣ ਵਾਲਾ ਆਪਣੇ ਘਰ
ਅਕਸਰ ਜਿਹੜੀ ਸਕੂਲਾਂ ਕਾਲਜਾਂ ਯੂਨੀਵਰਸਿਟੀ ਸਿੱਖਿਆ ਦਿੱਤੀ ਜਾਂਦੀ ਉਹ ਕਿਤਨੀ ਵੀ ਮਹਾਨ ਕਿਉਂ ਨਾ ਹੋਵੇ, ਦੇਣ ਵਾਲਾ ਕੇਵਲ ਸਮਝਦਾ ਮੇਰਾ ਕਰਮ ਸੀ, ਮੈਨੂੰ ਬਦਲੇ ਪੈਸੇ ਮਿਲਣੇ, ਪੜ੍ਹਾ ਦਿੱਤਾ ਏ। ਲੈਣ ਵਾਲਾ ਕਹਿੰਦਾ ਮੈਂ ਇਹਦੇ ਬਦਲੇ ਸਰਟੀਫਿਕੇਟ ਤੇ ਡਿਗਰੀ ਲੈਣੀ, ਮੈਂ ਉਹਨਾਂ ਕੋ ਪੜ੍ਹ ਕੇ ਲਿਖਦਾ ਵੀ ਸਹੀ ਏ ਪਰ ਜੀਵਨ ਵਿੱਚ ਨਹੀਂ ਕਮਾਇਆ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਹਨ, ਉਹਨਾਂ ਦੀ ਜੋਤ 10 ਜਾਮਿਆਂ 'ਚ ਵਰਤੀ। ਉਹ ਕਹਿੰਦੇ ਸਾਡਾ ਜੋ ਵੀ ਇੱਕ ਬਚਨ ਸਿੱਖਿਆ ਦੇ ਰਹੇ ਹਾਂ, ਦੇ ਕੇ ਅਸੀਂ ਚਲੇ ਨਹੀਂ ਜਾਣਾ। ਤੁਸੀਂ ਸਾਡਾ ਜਿਹੜਾ ਬਚਨ ਸੁਣੇਗਾ ਉਹਦੀ ਬਾਂਹ ਪਕੜਾਂਗੇ, ਉਹਨੂੰ ਸਦਾ ਲਈ ਇਹਨਾਂ ਪਾਪਾਂ ਤੋਂ ਆਜ਼ਾਦ ਕਰਵਾਵਾਂਗੇ, ਉਹਦੇ ਕੋਲ ਪਾਪ ਹੋਣ ਹੀ ਨਹੀਂ ਦੇਣੇ। ਸਤਿਗੁਰੂ ਐਸਾ ਨਹੀਂ ਕਹਿੰਦੇ ਚਲੋ ਪਾਪ ਕਰ ਲਓ ਅਸੀਂ ਤੁਹਾਨੂੰ ਬਖਸ਼ ਦਿਆਂਗੇ, ਨਹੀਂ, ਸਾਹਿਬ ਕਹਿੰਦੇ ਅਸੀਂ ਪਾਪਾਂ ਵਾਲੇ ਰਸਤੇ 'ਤੇ ਨਹੀਂ ਤੁਰਨਾ। ਸਿੱਖੀ ਦਾ ਸਰੂਪ ਹੀ ਇਹ ਵੇ। ਇੱਕ ਜਗ੍ਹਾ ਨਾ ਬਿਖਾਗੜਾ ਰਾਗ ਅੰਦਰ ਮੇਰੇ ਪੰਚਮ ਪਿਤਾ ਦੇ ਬਚਨ ਨੇ ਸ਼ੰਤ ਦੇ ਰੂਪ ਅੰਦਰ। ਸਾਹਿਬ ਕਹਿੰਦੇ ਅਨ ਕਾਇ ਰਾਤੜਿਆ ਵਾਟ ਦੁਹੇਲੀ ਰਾਮ, ਕਹਿੰਦੇ ਨਿਰੰਕਾਰ ਨੂੰ ਭੁੱਲ ਕੇ ਤੂੰ ਪਦਾਰਥਾਂ 'ਚ ਰੱਤਾ ਪਿਆ ਏ, ਤੈਨੂੰ ਪਤਾ ਨਹੀਂ ਤੇਰਾ ਅਗਲਾ ਰਸਤਾ ਕਿਤਨਾ ਦੁੱਖਦਾਈ ਤਿਆਰ ਹੋ ਰਿਹਾ। ਮਤ ਸੋਚੀ ਵੀ ਜੇ ਤੂੰ ਪਾਪ ਕਰ ਰਿਹਾ ਏ ਜਿਨ੍ਹਾਂ ਦੀ ਖਾਤਰ ਇਹ ਪਰਿਵਾਰ ਇਹ ਦੁਨੀਆ ਤੇਰੇ ਨਾਲ ਨਿਭੇਗੀ, ਬਿਲਕੁਲ ਵੀ ਨਹੀਂ। ਸਾਹਿਬ ਕਹਿੰਦੇ ਪਾਪ ਕਮਾਵੰਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕਹਿੰਦੇ ਤੇਰਾ ਕਿਸੇ ਨੇ ਬੇਲ ਹੀ ਨਹੀਂ ਬਣਨਾ। ਪਰ ਸਵਾਲ ਤਾਂ ਇਹ ਵੀ ਪਾਪ ਕਿਹਨੂੰ ਕਿਹਾ ਜਾਂਦਾ ਹੈ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਅਨੇਕਾਂ ਵਾਰ ਅਨੇਕਾਂ ਢੰਗ ਨਾਲ ਜੋ ਮਨ ਮੂਰਖ ਕਰਦਾ ਉਸ ਨੂੰ ਬਿਆਨ ਕੀਤਾ। ਉਹਨਾਂ 'ਚ ਇੱਕ ਹੈ ਤੂੰ ਵਲਵੰਚ ਲੂਕ ਕਰੈ ਸਭ ਜਾਣੀ ਰਾਮ, ਠੱਗੀਆਂ ਕਰਨੀਆਂ ਦੂਸਰਿਆਂ ਦਾ ਧਨ ਦੂਸਰੇ ਦਾ ਰੂਪ ਲੁੱਟ ਕੇ ਲਿਆਉਣਾ। ਬਹੁਤੇ ਤੇ ਬੰਦਾ ਪਾਪ ਲਾਲਚ ਵਾਸੀ ਕਰਦਾ ਹੈ ਪਿਆਰਿਓ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਠੱਗੀਆਂ ਕਰਨੀਆਂ ਇਹ ਵੱਡਾ ਪਾਪ ਤੋਂ ਬਚ, ਫਿਰ ਅਕਿਰਤ ਕਾਨਾ ਬਣ। ਜਿਸ ਰੱਬ ਨੇ ਤੈਨੂੰ ਦਾਤ ਦਿੱਤੀ ਏ ਉਹਨੂੰ ਤੂੰ ਭੁੱਲ ਕੇ ਤੂੰ ਦਾਤਾਂ ਵਿੱਚ ਪੈ ਗਿਆ। ਕਿਤਨੇ ਤੂੰ ਬੁਰੇ ਕਰਮ ਕਰਦਾ ਪਰ ਕੱਲੇ ਦਾ ਤੈਨੂੰ ਲੇਖਾ ਦੇਣਾ ਪੈਣਾ ਹੈ ਅਤੇ ਤੇਰੇ ਸਾਥੀ ਕਿਸੇ ਨਹੀਂ ਬਣਨਾ। ਜਦੋਂ ਹਿਸਾਬ ਕਿਤਾਬ ਮੰਗਿਆ ਜਾਂਦਾ ਹੈ ਨਾ, ਉਹਦੇ ਇਕੱਲੀ ਰੂਹ ਤੋਂ ਮੰਗਿਆ ਜਾਣਾ। ਉਦੋਂ ਕਿਸੇ ਭੈਣ ਭਰਾ ਮਿੱਤਰ ਦੋਸਤ ਨੇ ਨਾਲ ਨਹੀਂ ਖੜਨਾ। ਤੋ ਸਤਿਗੁਰੂ ਜੀ ਕਹਿੰਦੇ ਨੇ ਕੋਏ ਨਾ ਬੇਲੀ ਖੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇ ਦੇ ਆਵੇ। ਸਭ ਤੋਂ ਵੱਡਾ ਪਾਪ ਹੈ ਰੱਬ ਨੂੰ ਭੁੱਲ ਜਾਣਾ ਪਿਆਰਿਓ। ਜੇ ਉਹਦੇ ਗੁਣ ਨਾ ਗਾਏ ਫਿਰ ਕਦੋਂ ਜ਼ਿੰਦਗੀ ਮਿਲੇਗੀ, ਕਦੋਂ ਇਹ ਦੁਬਾਰਾ ਮਨੁੱਖਾ ਦੇਈ ਸਾਨੂੰ ਮਿਲੇਗੀ, ਇਹ ਨਹੀਂ ਮਿਲਣੀ। ਇਸ ਕਰਕੇ ਗੁਰੂ ਕੇ ਪਿਆਰਿਓ, ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਕਿਰਪਾ ਕੀਤੀ ਸਾਡੇ ਉੱਪਰ। ਸਾਹਿਬ ਆਖਦੇ ਨੇ ਨਰ ਅਚੇਤ ਪਾਪ ਤੇ ਡਰ ਰੇ, ਐ ਗਾਫਲ ਮਨੁੱਖ ਤੂੰ ਪਾਪਾਂ ਤੋਂ ਡਰ। ਤੇ ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਉਹ ਜਿਹੜਾ ਦੀਨਾ ਬੰਧੂ ਅਕਾਲ ਪੁਰਖ ਵਾਹਿਗੁਰੂ ਹੈ ਉਹਦੀ ਸ਼ਰਨ ਵਿੱਚ ਆ ਜਾ, ਉਹ ਪੱਤਾਂ ਨੂੰ ਪਵਿੱਤਰ ਬਣਾ ਦਿੰਦਾ ਹੈ। ਜੇ ਬੰਦਾ ਕਵੇ ਨਾ ਮੈਂ ਤੀਰਥਾਂ 'ਤੇ ਨਹਾ ਕੇ ਪਾਪਾਂ ਨੂੰ ਧੋ ਲਾਂਗਾ, ਨਹੀਂ, ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ। ਜਦੋਂ ਅਸੀਂ ਪਾਪ ਕਰਦੇ ਹਾਂ ਨਾ ਅਤੇ ਸਾਨੂੰ ਉਹਦਾ ਫਲ ਨਿਰੰਕਾਰ ਇੱਕਦਮ ਨਹੀਂ ਦਿੰਦਾ। ਜਿਹਦਾ ਅਸੀਂ ਸੋਚਦੇ ਹਾਂ ਵੀ ਇਹਦਾ ਕਿਹੜਾ ਫਲ ਭੁਗਤਣਾ ਪੈਣਾ, ਕਰੀ ਜਾਣੇ ਕਰੀ। ਪਰ ਗੁਰੂ ਕੇ ਪਿਆਰਿਓ, ਇੱਕ ਬਹੁਤ ਪਿਆਰਾ ਬਚਨ ਮਹਾਤਮਾ ਬੁੱਧ ਨੇ ਕਿਹਾ ਹੈ। ਉਹ ਕਹਿੰਦਾ ਜਿਵੇਂ ਜਿਹੜਾ ਪਾਪ ਕਰੀਦਾ ਕੀਤਾ ਹੋਇਆ ਪਾਪ ਕਰਮ ਉਹ ਇੱਕਦਮ ਤੇ ਫਲ ਨਹੀਂ ਦਿੰਦਾ। ਕਿਵੇਂ? ਉਹ ਕਹਿੰਦੇ ਜਿਵੇਂ ਦੁੱਧ ਦਾ ਦਹੀਂ ਬਣਾਉਣਾ ਹੋਵੇ, ਇੱਕਦਮ ਤੇ ਨਹੀਂ ਨਾ ਬਣਦਾ। ਦੁੱਧ ਨੂੰ ਜਾਗ ਲਾਈ ਦੀ, ਜਾਗ ਲਾ ਕੇ ਕੁਝ ਸਮਾਂ ਉਡੀਕੀਦਾ, ਬਾਅਦ ਵਿੱਚ ਉਹਦਾ ਦਹੀਂ ਬਣਦਾ ਅਤੇ ਦਹੀਂ ਤੋਂ ਮੱਖਣ ਅਤੇ ਫਿਰ ਅਸੀਂ ਘਿਓ ਬਣਾਉਂਦੇ ਹਾਂ। ਕਹਿੰਦੇ ਜਿਵੇਂ ਲੱਕੜ ਵਿੱਚ ਕਿਸੇ ਸਵਾਹ ਵਿੱਚ ਅੱਗ ਲੁਕੀ ਹੋਵੇ, ਥੱਲੇ ਥੱਲੇ ਜਲਦੀ ਏ, ਪਰ ਉਹ ਜਲਦੀ ਦਾ ਤੇ ਨਹੀਂ ਮਤਲਬ ਪਈ ਛਿਪੀ ਹੋਈ ਹੈ ਹੀ ਨਹੀਂ। ਹਵਾ ਪਏਗੀ ਇੱਕਦਮ ਵੱਡਾ ਉਹ ਭਵਾਕਾ ਬਣੇਗਾ। ਜਦੋਂ ਵੀ ਅਸੀਂ ਕੋਈ ਕਰਮ ਕਰਦੇ ਹਾਂ ਮਾੜਾ, ਉਹਦਾ ਫਲ ਨਿਰੰਕਾਰ ਉਸੇ ਵਕਤ ਨਹੀਂ। ਉਹਦੀ ਮੌਜ
ਉਸੇ ਵਕਤ ਵੀ ਉਹ ਦੇ ਸਕਦਾ ਹੈ, ਪਰ ਉਹ ਚਾਹੁੰਦਾ ਹੈ ਬੰਦਾ ਇਸ ਤੋਂ ਬਚੇ, ਇਸ ਪਾਸੇ ਨਾ ਤੁਰੇ, ਪਰ ਬੰਦਾ ਸਮਝਦਾ ਨਹੀਂ। ਪਰ ਸਤਿਗੁਰੂ ਜੀ ਨੇ ਜੋ ਕਿਰਪਾ ਕੀਤੀ ਸਾਡੇ ਉੱਪਰ, ਉਹ ਗੁਰੂ ਕੇ ਪਿਆਰਿਓ ਬੜੀ ਮਹਾਨ ਕਿਰਪਾ ਕੀਤੀ ਹੈ। ਸਾਨੂੰ ਸਤਿਗੁਰਾਂ ਨੇ ਨਾ ਦੁਨੀਆ ਵਿੱਚ ਤੇ ਰੰਨਾਂ ਖੋਈਆਂ ਬੋਧੀਆਂ ਸੀ। ਜਰਾ ਇਸ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ, ਵਿਚਾਰੀਏ। ਦੁਨੀਆ ਦੀ ਖਾਲਤ ਤੇ ਭਈ ਇਸਤਰੀ ਚੰਚਲਤਾ ਦਾ ਪ੍ਰਗਟਾਵਾ ਕਰਦੀ, ਆਪੇ ਤੇ ਕਾਬੂ ਨਹੀਂ, ਤੇ ਬੰਦੇ ਉਹਦਾ ਸ਼ਿਕਾਰ ਕਰਦੇ ਹਨ। ਸਤਿਗੁਰੂ ਜੀ ਨੇ ਸਾਨੂੰ ਨਾਮ ਦੇ ਕੇ, ਬਾਣੀ ਦੇ ਕੇ ਬਿਲਕੁਲ ਇਹਦੀ ਗੁਰੂ ਕੇ ਪਿਆਰਿਓ ਪਰਿਭਾਸ਼ਾ ਬਦਲ ਕੇ ਰੱਖ ਦਿੱਤੀ। ਸਾਹਿਬ ਕਹਿੰਦੇ ਰੱਬ ਦੇ ਭੈ ਵਾਲੀ, ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਨ ਵਾਲੀ, ਕਲਗੀਆਂ ਵਾਲੇ ਨੂੰ ਪਿਆਰ ਕਰਨ ਵਾਲੀ ਔਰਤ ਕਦੇ ਵੀ ਚੰਚਲਤਾ ਦਾ ਪ੍ਰਗਟਾਵਾ ਨਹੀਂ ਕਰੇਗੀ। ਉਹਦੇ ਕੋਲੋਂ ਸਿੱਖੀ ਸਿਦਕ ਦਾ ਪ੍ਰਗਟਾਵਾ ਹੋਏਗਾ। ਆਦਮੀ ਸ਼ਿਕਾਰੀ ਨਹੀਂ ਖੋਣਗੇ, ਕੁੱਲ ਦੁਨੀਆ ਇੱਕ ਪਾਸੇ ਹੋਏਗੀ, ਤੇ ਗੁਰੂ ਕਾ ਸਿੱਖ ਬਾਣੀ ਪੜ੍ਹਨ ਵਾਲਾ, ਨਾਮ ਜਪਣ ਵਾਲਾ ਇੱਕ ਪਾਸੇ ਹੋਏਗਾ। ਗੁਰੂ ਕੇ ਪਿਆਰਿਓ, ਦੁਨੀਆ ਹੈਰਾਨ ਹੈ ਸਾਡਾ ਇਤਿਹਾਸ ਪੜ੍ਹ ਕੇ। ਦੁਨੀਆ ਨੇ ਮੰਨ ਲਿਆ ਹੈ ਭਈ ਔਰਤ ਬਣੀ ਇਸ ਕਰਕੇ ਵੇ, ਮਰਦ ਨੇ ਮੰਨ ਲਿਆ ਵੀ ਜੋ ਮੈਂ ਮਰਜ਼ੀ ਕੁਕਰਮ ਕਰਾਂ, ਮੈਨੂੰ ਰੱਬ ਨੇ ਸ਼ਾਇਦ ਬਣਾਏ ਇਸ ਕਰਕੇ ਵੇ। ਪਰ ਸਤਿਗੁਰੂ ਜੀ ਦੇ ਘਰ ਦਾ ਇਤਿਹਾਸ ਵੇਖੋ ਤੁਸੀਂ ਨਾ। ਇੱਕ ਉਹ ਤਾਂ ਬਹੁਤ ਵਾਰੀ ਸੁਣਦੇ ਰਹਿੰਦੇ ਹੋ, ਦਸਮ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ। ਸਰਸਾ ਨਦੀ ਦੇ ਉੱਪਰ ਪਿਆਰਿਓ ਜੰਗ ਹੁੰਦੀ ਹੈ, ਪਰਿਵਾਰ ਵਿਛੋੜਾ ਹੁੰਦਾ। ਉੱਥੇ ਨਾ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਦੇ ਡੋਲੇ ਦੇ ਨਾਲ ਇੱਕ ਬੀਬਾ ਸੀ, ਉਹਦਾ ਨਾਮ ਰੱਖਿਆ ਸੀ ਪਿਆਰ ਨਾਲ ਬਸੰਤ ਲਤਾ। ਮਾਤਾ ਗੁਜਰੀ ਜੀ ਦੀ ਸੇਵਾ ਉਹਨੇ ਕੀਤੀ, ਮਾਤਾ ਸਾਹਿਬ ਕੌਰ ਜੀ ਦੀ ਸੇਵਾ ਬੜੀ ਕੀਤੀ, ਮਾਤਾ ਸੁੰਦਰ ਕੌਰ ਜੀ ਦੀ ਸੇਵਾ ਬੜੀ ਕਮਾਈ। ਇਹ ਲਤਾ ਕੌਣ ਸੀ? ਇੱਕ ਉਹ ਬੀਬਾ ਸੀ ਜਿਸ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ, ਵਿਆਹੀ ਗਈ, ਪਤੀ ਵੀ ਚੜ੍ਹਾਈ ਕਰ ਗਿਆ ਤੇ ਪੁੱਤ ਵੀ। ਦੁਨੀਆ 'ਚ ਇਹਦਾ ਕੋਈ ਨਾ ਰਹਿ ਗਿਆ। ਇਹਨੇ ਸਤਿਗੁਰੂ ਦੀ ਸ਼ਰਨ ਆ ਕੇ ਲਈ, ਮਹਾਰਾਜ ਜੀ ਦੇ ਘਰ ਦੀ ਸੇਵਾ ਮਿਲੀ। ਮਾਤਾ ਨੇ ਇੰਨਾ ਪਿਆਰ ਦਿੱਤਾ ਵੀ ਇਹਨੂੰ ਕਹਿਣਾ, ਇਹ ਤਾਂ ਬਸੰਤ ਲਤਾ ਸਦਾ ਹੀ ਖਿੜੀ ਹੋਈ ਰਹੇਗੀ, ਤੂੰ ਕਦੇ ਪਹਿਲਾਂ ਤੇ ਉਦਾਸ ਸੀ ਨਾ। ਨਾਮ ਬਾਣੀ ਨਾਲ ਜੋੜਨਾ ਕੋਲੋਂ ਖੇੜਾ ਮਿਲਦਾ ਸੀ। ਸਰਸਾ ਨਦੀ ਦੇ ਕਿਨਾਰੇ ਅਚਾਨਕ ਹਮਲਾ ਹੋਇਆ, ਸਿੰਘ ਲੜਾਈ ਵਿੱਚ ਹੋ ਗਏ। ਉਧਰ ਲੜਦਿਆਂ ਕੋਈ ਸ਼ਹੀਦ, ਕੋਈ ਸਰਸਾ ਨਦੀ ਦੀ ਭੇਟ। ਉੱਥੇ ਲੜਦਿਆਂ ਝਗੜਦਿਆਂ ਪਿਆਰਿਓ ਕਈ ਵਾਰ ਮਾਤਾ ਜੀ ਨੇ ਕਿਹਾ, ਲਤਾ ਤੂੰ ਡੋਲੇ ਵਿੱਚ ਬਹਿ ਜਾ। ਕਹਿਣ ਲੱਗੀ, ਨਹੀਂ ਮਾਤਾ ਜੀ, ਦਾਸੀਆਂ ਤੁਹਾਡੇ ਬਰਾਬਰ ਨਹੀਂ ਬਹਿ ਸਕਦੀਆਂ। ਉਸ ਲੜਾਈ ਦੇ ਅੰਦਰ ਕਿਧਰੇ ਇਹ ਡਿੱਗ ਪਈ, ਮਾਤਾ ਜੀ ਨਾਲ ਉਹ ਵਿਛੜ ਗਈ। ਸਿਪਾਹੀਆਂ ਦੇ ਹੱਥ ਵਿੱਚ ਇਹ ਬੱਚੀ ਆ ਗਈ। ਜਦੋਂ ਆਈ, ਉਹਨਾਂ ਨੇ ਪਕੜ ਕੇ ਹਾਕਮ ਕੋਲ ਪੇਸ਼ ਕੀਤੀ। ਮੁੱਕਦੀ ਗੱਲ, ਉਸ ਹਾਕਮ ਨੇ ਬੜੇ ਲਾਲਚ ਦਿੱਤੇ ਇਸ ਬੀਬਾ ਨੂੰ ਵੀ ਇਹਦਾ ਈਮਾਨ ਬਦਲ ਕੇ ਇਹਨੂੰ ਆਪਣੇ ਘਰ ਭਾਵਾਂ। ਇਹ ਬੀਬਾ ਬਸੰਤ ਲਤਾ ਡੋਲੀ ਨਹੀਂ। ਇਸ ਨੂੰ ਡਰਾਵੇ ਦਿੱਤੇ, ਧਮਕੀਆਂ ਦਿੱਤੀਆਂ, ਚੱਕੀਆਂ ਪਿਲਾਈਆਂ, ਇਸ ਨੂੰ ਡੰਡੇ ਮਾਰੇ, ਮਾਰ ਕੁੱਟ ਕੇ ਲਾਲਚ ਦੇ ਕੇ ਹਰ ਹੀਲਾ ਵਰਤਿਆ। ਇਹਨੇ ਆਪਣਾ ਧਰਮ ਨਹੀਂ ਖਾ ਰਿਹਾ। ਦੁਨੀਆ ਵਿੱਚ ਗੁਰੂ ਕੇ ਪਿਆਰਿਓ ਗੱਲਾਂ ਅਜੀਬ ਜਾਪਦੀਆਂ ਨੇ ਅੱਜ ਵੀ। ਦੁਨੀਆ ਵਿੱਚ ਇਸ ਚੀਜ਼ ਨੂੰ ਕੋਈ ਬਹੁਤਾ ਸਮਝਿਆ ਨਹੀਂ ਜਾਂਦਾ। ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ। ਇਸ ਪਾਪ ਨੂੰ ਤਾਂ ਲੈ ਕੇ ਮਨੁੱਖ ਤਨ ਵੇਚਣ ਨੂੰ ਹੀ ਮਸ਼ਹੂਰੀਆਂ ਹੋ ਰਹੀਆਂ ਨੇ। ਜਿਤਨੇ ਬਿਜ਼ਨਸ ਚੱਲਦੇ ਨੇ ਉਹਦੇ ਤੋਂ ਪਹਿਲਾਂ ਔਰਤ ਦਾ ਹੀ ਪਰਦਾ ਚੁੱਕਿਆ ਜਾਂਦਾ, ਨੰਗੇਜ ਵਿਖਾਇਆ ਜਾਂਦਾ, ਤਾਂ ਹੀ ਦੁਨੀਆ ਡੋਲ ਰਹੀ। ਪਰ ਸਤਿਗੁਰੂ ਨੇ ਸਿੱਖੀ ਕਿਹੋ ਜਿਹੀ ਕਾਇਮ ਕੀਤੀ, ਸਿੱਖ ਬੱਚੀਆਂ ਦਾ ਆਚਰਣ, ਕਰੈਕਟਰ ਕਿਹੋ ਜਿਹਾ ਪੈਦਾ ਕੀਤਾ। ਇਸ ਬੱਚੀ ਨੂੰ ਜਦੋਂ ਹਰ ਖੀਲਾ ਵਰਤ ਕੇ ਹਾਰ ਗਏ, ਕੁਝ ਦਿਨ ਲੰਘ ਗਏ, ਇਸ ਨੂੰ ਵੇਖਿਆ। ਹੁਣ ਹਾਕਮ ਸੋਚਦਾ ਏ, ਔਰਤ ਜਾਤ ਕਿਹੜੀ ਤਕੜੀ ਹੁੰਦੀ, ਨਿਰਬਲ ਏ, ਕਮਜ਼ੋਰ ਏ, ਡਰ ਗਈ ਹੋਏਗੀ, ਵੈਸੇ ਵੀ ਭੁੱਖੀ ਪਿਆਸੀ ਰਹਿ ਕੇ। ਹੁਣ ਵੇਖਾਂਗਾ ਕਿਵੇਂ ਨਹੀਂ ਆਪਣਾ ਧਰਮ ਖਾਰਦੀ, ਕਿਵੇਂ ਆਪਣੇ ਅਸੂਲ 'ਤੇ ਕਾਇਮ ਰਹਿੰਦੀ ਹੈ। ਇਹਨਾਂ ਦੇ ਸਤਿਗੁਰੂ ਜੀ ਨੇ ਕਹਿੰਦੇ ਕਿਹਾ, ਪਰਤਰੈ ਰੂਪ ਨ ਪੇਖੈ ਨੇਤਰ। ਭਈ ਕਿਸੇ ਨੂੰ ਪਰਾਏ ਰੂਪ ਨੂੰ ਤੱਕਣਾ ਹੀ ਨਹੀਂ ਬੰਦੇ ਨੇ, ਔਰਤ ਜਾਂ ਔਰਤ ਨੇ। ਦੂਸਰੇ ਨੂੰ ਮਹਾਰਾਜ ਜੀ ਨੇ ਸਾਨੂੰ ਸਿਧਾਂਤ ਦਿੱਤੇ ਨੇ। ਅਸੀਂ ਦੁਨੀਆ ਮਗਰ ਨਹੀਂ ਲੱਗਣਾ,
ਸਤਿਗੁਰਾਂ ਦੇ ਦਿੱਤੇ ਉੱਚੇ ਸੁੱਚੇ ਸਿਧਾਂਤਾਂ ਦੇ ਮਗਰ ਸਾਨੂੰ ਲੱਗਣ ਦਾ ਹੁਕਮ ਹੈ। ਜਦੋਂ ਇਹ ਬੱਚੀ ਪਿਆਰਿਓ ਇਹਦੇ ਕੋਲ ਹਾਕਮ ਆਇਆ, ਉਸ ਨੇ ਆ ਕੇ ਬੜਾ ਯਤਨ ਕੀਤਾ ਇਹਦੀ ਇੱਜ਼ਤ ਨੂੰ ਹੱਥ ਪਾਵੇ, ਪਰ ਇਹ ਬੱਚੀ ਇਹੋ ਜਿਹੇ ਸਤਿਗੁਰੂ ਦੇ ਪਿਆਰ ਵਿੱਚ ਗਡੂਨ ਸੀ। ਨਿਰੰਕਾਰ ਦੀ ਇਹਦੇ 'ਤੇ ਕਿਰਪਾ, ਮਹਾਰਾਜ ਜੀ ਦੀ ਇਹਦੇ ਉੱਪਰ ਬਹੁਤ ਵੱਡੀ ਰਹਿਮਤ ਸੀ। ਜਦੋਂ ਹਾਕਮ ਇਹਦੇ ਕੋਲ ਆਇਆ, ਜ਼ਬਰਦਸਤੀ ਇਸ ਨੂੰ ਹੱਥ ਪਾਉਣਾ ਚਾਹਿਆ। ਇਸ ਬੀਬਾ ਨੇ ਤਿਆਰੀ ਕੀਤੀ ਸੀ, ਰੁੱਕਾ ਲਿਖਿਆ ਸੀ। ਇਸ ਨੇ ਅਰਦਾਸ ਕਰਕੇ ਛੇਤੀ ਨਾਲ ਜਦੋਂ ਉਸਨੇ ਹੱਥ ਪਾਇਆ, ਉਹ ਤਾਂ ਨਸ਼ੇ ਵਿੱਚ ਗਡੂੰਦ ਹੈ, ਉਹ ਤਾਂ ਕਿਸੇ ਵਾਸਨਾ ਦੇ ਅਧੀਨ ਮੋਇਆ ਪਿਆ ਏ। ਇਹਨੇ ਉਹਦੀ ਖੰਜਰ ਪਕੜੀ, ਇੱਕਦਮ ਆਪਣੇ ਕਲੇਜੇ ਵਿੱਚ ਮਾਰੀ। ਇਹੋ ਜਿਹੀ ਜ਼ੋਰ ਦੀ ਤੜਫਦੀ ਹਾਕਮ ਦੇ ਸਾਹਮਣੇ ਇਹਦੀ ਮੌਤ ਹੋ ਗਈ। ਜਦੋਂ ਇਹ ਬੱਚੀ ਨੇ ਪ੍ਰਾਣ ਦੇ ਦਿੱਤੇ, ਪਰ ਆਪਣੇ ਅਸੂਲ ਨੂੰ ਨਹੀਂ ਛੱਡਿਆ, ਚੰਚਲਤਾ ਨਹੀਂ, ਸਿਦਕ ਨੂੰ ਸਾਂਭਿਆ। ਬਹੁਤ ਸੋਹਣਾ ਬਚਨ ਕਵੀ ਨੇ ਲਿਖਿਆ ਏ, ਹੁਣ ਜਾਤਾ ਉਹ ਸਿੱਖ ਕੀ ਹੁੰਦੇ ਕਿਸ ਮਿੱਟੀ ਦੇ ਪੁਤਲੇ। ਉਹ ਹਾਕਮ ਅੰਦਰੋਂ ਕੰਬ ਗਿਆ। ਅੱਜ ਪਤਾ ਲੱਗਾ ਵੀ ਸਿੱਖ ਕਿਹਨੂੰ ਕਿਹਾ ਜਾਂਦਾ ਹੈ। ਸਾਰੇ ਇਨਸਾਨ ਬਰਾਬਰ ਨਹੀਂ, ਉਹ ਇਨਸਾਨ ਆਚਰਣ ਤੋਂ ਗਿਰ ਸਕਦੇ, ਪਰ ਇਹ ਸਿੱਖ ਕਿਸੇ ਹੋਰ ਮਿੱਟੀ ਦੇ ਬਣਾਏ ਉਹ ਮਿੱਟੀ ਨਾਮ ਤੇ ਬਾਣੀ ਦੀ ਹੈ। ਕਹਿੰਦੇ ਕਿਸ ਧਰਤੀ ਤੇ ਤੁਰਦੇ ਦਿਸਣ, ਉੱਡਦੇ ਕਿਸ ਘਰ ਉਤਲੇ। ਇਹ ਪਤਾ ਨਹੀਂ ਕਿਹੜੀ ਧਰਤੀ ਤੇ ਵੱਸਦੇ ਨੇ, ਕਿੱਥੇ ਉੱਡਦੇ ਨੇ। ਦੇਖਦਿਆਂ ਉਹ ਠਰ ਗਈ ਦੇਈ, ਮਰ ਗਈ ਸੁੰਦਰ ਨਾਰੀ, ਮਰੀ ਨਾ ਜੀਵੀ ਦੋਈ ਜਖਾਨੀ, ਧੰਨੀ ਗੁਰੂ ਸਵਾਰੀ। ਕਹਿੰਦੇ ਉਹ ਮਰ ਨਹੀਂ ਗਏ, ਦੋ ਜਖਾਨਾ ਜੀਵਤ ਹੋ ਗਈ। ਇਹਨੇ ਜਦੋਂ ਹਾਕਮ ਡਰ ਗਿਆ, ਇਹਨਾਂ ਕੰਬਿਆ, ਮੈਂ ਏਡਾ ਵੱਡਾ ਪਾਪ ਕਰ ਰਿਹਾ ਸਾਂ। ਪਾਪ ਹੀ ਕਮਾਉਂਦੇ ਨੇ, ਡਰਾਉਂਦੇ ਇਨਸਾਨ ਨੂੰ। ਸਤਿਗੁਰੂ ਜੀ ਨੇ ਤਾਂ ਹੀ ਸੁਚੇਤ ਕੀਤਾ। ਸਾਹਿਬ ਕਹਿੰਦੇ ਨਹਿ ਬਿਲਮ ਧਰਮੰ ਬਿਲਮ ਪਾਪੰ ਬਿਲਮ, ਕਹਿੰਦੇ ਦੇਰੀ ਨੋ, ਧਰਮ ਦਾ ਕੰਮ ਕਰਨ ਲੱਗਿਆਂ ਦੇਰੀ ਨਾ ਕਰੋ, ਪਾਪ ਕਰਨ ਲੱਗਿਆਂ ਦੇਰੀ ਕਰੋ। ਸੋਚੋ ਪੀ ਇਹਦਾ ਰਿਜ਼ਲਟ ਕੀ ਕੱਲ੍ਹ ਨੂੰ ਹੋਏਗਾ। ਇਹ ਬੱਚੀ ਸੀ ਗੁਰੂ ਕੇ ਪਿਆਰਿਓ, ਜਿਸ ਨੇ ਇੱਕ ਰੁੱਕਾ ਲਿਖ ਕੇ ਜੇਬ 'ਚ ਪਾਇਆ ਸੀ। ਹਾਕਮ ਕੰਬਿਆ। ਇਸ ਨੇ ਛੇਤੀ ਨਾਲ ਕਿਹਾ, ਇੱਕ ਸੀ ਨੌਕਰ ਚਾਕਰੇ ਦੇ ਹਿੰਦੂ ਪਰਿਵਾਰ, ਕਹਿੰਦੇ ਇਹਨੂੰ ਲੈ ਜਾਓ, ਛੇਤੀ ਨਾਲ ਇਹਦਾ ਸੰਸਕਾਰ ਕਰ ਦਿਓ। ਸਿੱਖਾਂ ਨੂੰ ਪਤਾ ਲੱਗ ਗਿਆ ਤੇ ਮੇਰਾ ਪਰਿਵਾਰ ਨਹੀਂ ਛੱਡਣਗੇ। ਉਸ ਦੀ ਘਰਵਾਲੀ ਨੇ ਜਦੋਂ ਬੱਚੀ ਨੂੰ ਇਸ਼ਨਾਨ ਕਰਾ, ਕੱਪੜੇ ਬਦਲੇ, ਰੁੱਕਾ ਨਿਕਲਿਆ, ਪੜ੍ਹਿਆ ਤੇ ਰੋਏ। ਬੱਚੀ ਦਾ ਸੰਸਕਾਰ ਕਰਨ ਤੋਂ ਬਾਅਦ ਉਹ ਰੁੱਕਾ ਦਮਦਮਾ ਸਾਹਿਬ ਉਸ ਪਰਿਵਾਰ ਨੇ ਪਹੁੰਚਾਇਆ। ਉਹਦੇ 'ਤੇ ਲਿਖਿਆ ਸੀ, ਮਾਂ ਜੀ ਤੇ ਸਤਿਗੁਰੂ ਜੀਓ, ਤੁਹਾਡੀ ਬੱਚੀ ਤਨ ਕਰਕੇ ਤੁਹਾਡੇ ਤੋਂ ਵਿਛੜ ਗਈ, ਪਰ ਤੁਹਾਡੇ ਹੁਕਮ ਤੇ ਸਿੱਖੀ ਸਿਦਕ ਤੋਂ ਨਹੀਂ ਜੇ ਵਿਛੜੀ। ਆ ਮੈਂ ਸਿਦਕ ਸੰਭਾਲ ਕੇ ਮੈਂ ਆਪਣੇ ਪ੍ਰਾਣ ਤਿਆਗ ਰਹੀ ਹਾਂ। ਕਲਗੀਆਂ ਵਾਲੇ ਨੇ ਬੜੇ ਵਰ ਦਿੱਤੇ ਸਨ। ਆਖਿਆ ਸੀ, ਧੰਨ ਬੱਚੇ, ਸਾਡਾ ਸਿੱਖ ਆਏਗਾ ਇੱਕ ਜਿਹੜਾ ਇਹਦੀ ਯਾਦਗਾਰ ਬਣਾਏਗਾ। ਮੇਰੇ ਕਹਿਣ ਤੋਂ ਮੁਰਾਦ ਸਤਿਗੁਰੂ ਜੀ ਨੇ ਕਿਹੋ ਜਿਹਾ ਪਾਪਾਂ ਤੋਂ ਬਚਾਇਆ ਏ। ਸਾਡਾ ਇਤਿਹਾਸ ਹੀ ਨਿਵੇਕਲਾ ਹੈ ਪਿਆਰਿਓ। ਜੇ ਬੱਚੀਆਂ ਨੂੰ ਵੇਖੋ ਤਾਂ ਦੂਸਰੇ ਪਾਸੇ ਇੱਕ ਨਿੱਕੀ ਜਿਹੀ ਘਟਨਾ ਜਿਹੜੀ ਇਤਿਹਾਸ ਵਿੱਚ ਆਪਾਂ ਪਹਿਲਾਂ ਸੁਣ ਚੁੱਕੇ ਹਾਂ, ਗੋਬਿੰਦਪੁਰ ਪਿੰਡ ਦੇ ਇੱਥੋਂ ਦੇ ਇੱਕ ਸਿੱਖ ਸੀ ਗੁਲਾਬ ਸਿੰਘ, ਬਹੁਤ ਪਿਆਰਾ। ਦਿਨੇ ਰਾਤ ਨਾਮ ਬਾਣੀ ਵਿੱਚ ਉਸ ਨੇ ਉਸ ਪਿਆਰ ਵਿੱਚ ਰੱਤੇ ਰਹਿਣਾ। ਜਵਾਨ ਖੋਇਆ, ਨਾਮ ਬਾਣੀ ਦੇ ਰੰਗ, ਜਵਾਨੀ ਦੇ ਰੰਗ। ਉੱਥੋਂ ਦੀ ਬੇਗਮ ਉਹ ਮੋਹੀ ਗਈ। ਮੈਂ ਬੇਨਤੀ ਕਰ ਰਿਹਾ, ਦੁਨੀਆ ਦਾ ਖਾਲ ਪਾਪਾਂ ਨੂੰ ਹੀ ਉੱਚਾ ਸਮਝ ਕੇ ਅੱਜ ਕੱਲ੍ਹ ਸਮਝਿਆ ਜਾ ਰਿਹਾ ਸਾਡਾ ਕਲਚਰ ਏ, ਇਹ ਸਾਡੀ ਸੱਭਿਅਤਾ ਨਹੀਂ। ਸਿੱਖਾਂ ਦੀ ਸੱਭਿਅਤਾ ਕੁਝ ਹੋਰ ਏ, ਜੋ ਗੁਰਬਾਣੀ ਤੇ ਸਾਡਾ ਇਤਿਹਾਸ ਦੱਸਦਾ ਹੈ। ਗੁਲਾਬ ਸਿੰਘ ਤੇ ਮੋਹੀ ਗਏ। ਜਦੋਂ ਉਸ ਨੇ ਅੱਗੋਂ ਨਾ ਕੀਤੀ, ਹਾਕਮ ਨੂੰ ਕਹਿ ਕੇ ਉਸ ਨੂੰ ਪਕੜਾ ਦਿੱਤਾ, ਉਸ ਨੂੰ ਕਾਲ ਕੋਠੜੀ 'ਚ ਪਾਇਆ, ਅੰਤਾਂ ਦੀਆਂ ਸਜ਼ਾਵਾਂ ਭੁਗਤ ਲਈਆਂ, ਪਰ ਆਚਰਣ ਤੋਂ ਨਹੀਂ ਗਿਰਿਆ। ਉਹਨੇ ਕਲਗੀਆਂ ਵਾਲੇ ਕੋਲ ਅਰਦਾਸ ਕੀਤੀ ਸੀ, ਸਤਿਗੁਰੂ ਉਹਨੂੰ ਆਪ ਛੁਡਾ ਕੇ ਲੈ ਕੇ ਗਏ ਸੀ। ਮੇਰੇ ਕਹਿਣ ਤੋਂ ਮੁਰਾਦ ਗੁਰੂ ਕੇ ਪਿਆਰਿਓ, ਮਰਦ ਅਸੀਂ ਦੁਨੀਆ ਵਰਗੇ ਨਹੀਂ ਬਣਨਾ। ਸਤਿਗੁਰੂ ਜੀ ਦਾ ਹੁਕਮ ਹੈ ਅਸੀਂ ਬਣਨਾ ਏ ਜੋ ਸਾਨੂੰ ਸਾਡੇ ਅਸੂਲ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ। ਸਾਡੇ 'ਤੇ ਜੋ ਮਿਹਰ ਮਹਾਰਾਜ ਜੀ ਨੇ ਕੀਤੀ ਏ, ਅਸੀਂ ਉਹਨਾਂ ਰਾਹਾਂ 'ਤੇ ਤੁਰਨਾ ਹੈ। ਦੁਨੀਆ
ਪਾਪਾਂ ਮਗਰ ਪੈਂਦੀ। ਸਾਨੂੰ ਹੁਕਮ ਏ ਨਰ ਅਚੇਤ ਗਾਫਲ ਮਨੁੱਖ ਨਾ ਬਣ। ਪਾਪ ਤੇ ਡਰ ਰਹੇ ਸੀ, ਪਾਪਾਂ ਤੋਂ ਡਰਨਾ ਕਰਨੇ ਨਹੀਂ। ਦੀਨ ਦਿਆਲ ਸਗਲ ਪੈ ਪੰਜਨ, ਸ਼ਰਨ ਤਾਹੇ ਤੁਮ ਪਰ ਰੇ। ਕਹਿੰਦੇ ਉਹ ਜਿਹੜਾ ਅਕਾਲ ਪੁਰਖ ਗਰੀਬਾਂ ਨੂੰ ਪਿਆਰ ਕਰਦਾ, ਦਇਆ ਕਰਦਾ, ਸਾਰੇ ਤਰ੍ਹਾਂ ਦੇ ਡਰ ਖਟਾਉਂਦਾ, ਉਹਦੀ ਸ਼ਰਨ ਵਿੱਚ ਮਨਾ ਤੂੰ ਪੈ ਜਾ ਰਹਾਓ। ਵੇਦ ਪੁਰਾਣ ਜਾਸ ਗੁਣ ਗਾਵਤ। ਕਰਨਾ ਕੀ ਹੈ? ਪਾਪਾਂ ਤੋਂ ਉਸ ਤਰ੍ਹਾਂ ਨਹੀਂ ਆਪਾਂ ਬਚ ਸਕਦੇ। ਕਿਵੇਂ ਬਚਾਂਗੇ? ਕਹਿੰਦੇ ਜਿਸ ਰੱਬ ਦੇ ਗੁਣ ਵੇਦ ਤੇ ਪੁਰਾਣ ਵੀ ਗਾ ਰਹੇ ਨੇ, ਤਾਕੋ ਨਾਮ ਖੀਐ ਮੋਹ ਧਰ ਰੇ। ਆਪਣੇ ਹਿਰਦੇ ਅੰਦਰ ਉਸ ਰੱਬ ਦਾ ਨਾਮ ਟਿਕਾਓ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਕਰ ਰੇ। ਅਸੀਂ ਸਗੋਂ ਪਾਪ ਕਰਨੇ ਨਹੀਂ। ਸਾਹਿਬ ਕਹਿੰਦੇ ਜਿਹੜਾ ਪਵਿੱਤਰ ਨਾਮ ਹੈ ਨਾ ਜਗਤ ਦੇ ਅੰਦਰ, ਜਿਹੜਾ ਸਾਰੇ ਪਾਪਾਂ ਨੂੰ ਖਤਮ ਕਰਨ ਵਾਲਾ ਹੈ, ਉਸ ਪਰਮਾਤਮਾ ਦਾ ਸਿਮਰਨ ਕਰ ਕਰਕੇ, ਕਸਮਲ ਦਾ ਅਰਥ ਹੁੰਦਾ ਪਾਪ, ਉਹ ਵੀ ਸਾਰੇ ਆਪਾਂ ਮਿਟਾਣੇ ਨੇ। ਲੱਖਾਂ ਮਣ ਲੱਕੜ ਇਕੱਠੀ ਹੋਵੇ, ਇੱਕ ਅੱਗ ਦੀ ਚੰਗਿਆੜੀ ਪਾ ਦਿਓ, ਸੜ ਜਾਏਗਾ ਲੱਕੜ ਸਾਰੀ। ਸਤਿਗੁਰੂ ਕਹਿੰਦੇ ਤੁਹਾਡੇ ਲੱਖਾਂ ਕਰੋੜਾਂ ਕੀਤੇ ਪਾਪ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿਓ, ਸੜ ਕੇ ਸੁਆਹ ਹੋ ਜਾਣਗੇ। ਪਿਛਲੇ ਤੇ ਸੜਨਗੇ, ਅੱਗੇ ਤੋਂ ਕਰਨੇ ਨਹੀਂ। ਮਾਨਸ ਦੇ ਬੋਰ ਨ ਭਾਵੈ, ਕਛੂ ਪਾਉ ਮੁਕਤ ਕਾ ਕਰ ਰੇ। ਕਹਿੰਦੇ ਬਾਰ-ਬਾਰ ਮਨੁੱਖਾ ਦੇਈ ਨਹੀਂ ਮਿਲਣੀ। ਇਹਨੂੰ ਪਾਪਾਂ ਵਿੱਚ ਪਾ ਕੇ, ਵਿਕਾਰਾਂ ਭੋਗ ਕੇ, ਖਾ ਪੀ ਕੇ ਨਾ ਤੁਰੇ ਜਾਓ, ਕੁਛ ਮੁਕਤੀ ਦਾ ਵੀ ਤਰੀਕਾ ਲੱਭੋ। ਨਾਨਕ ਕਹਿਤ ਗਾਏ ਕਰੁਣਾ ਮੈਂ, ਪਵ ਸਾਗਰ ਕੈ ਪਾਰ ਉਤਰ ਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਮਿਹਰ ਕਰਕੇ ਕਹਿ ਰਹੇ ਨੇ, ਉਹ ਕਿਰਪਾਲੂ ਮਿਹਰਬਾਨ ਨਿਰੰਕਾਰ ਨੂੰ ਗਾਓ, ਉਹਦਾ ਭਜਨ ਗਾਓ, ਫਿਰ ਇਸ ਭਵਸਾਗਰ ਤੋਂ ਪਾਰ ਉਤਰ ਸਕੀਦਾ ਹੈ। ਤੋ ਆਓ ਗੁਰੂ ਕੇ ਪਿਆਰਿਓ, ਨਾਮੀ ਗੁਰਦੇਵ ਪਿਤਾ ਜੀ ਨੇ ਹੁਕਮ ਕੀਤਾ, ਦੁਨੀਆ ਪਾਪ ਕਰਕੇ ਜਿਉਂਦੀ, ਅਸੀਂ ਪੁੰਨ ਕਰਕੇ ਜਿਉਣਾ ਹੈ। ਪੁੰਨ ਕੀ ਹੈ ਸਭ ਤੋਂ ਵੱਡਾ? ਉਹ ਨਿਰੰਕਾਰ ਤੇ ਗੁਣ ਗਾਣੇ। ਜਿੱਥੇ ਗੁਣ ਆ ਗਏ ਉੱਥੇ ਪਾਪ ਸਾਥੋਂ ਹੋਣੇ ਹੀ ਨਹੀਂ। ਸੁਰਤੀ ਪਵਿੱਤਰ ਹੋਏਗੀ, ਉਹ ਕਦੇ ਪਾਪ ਕਰ ਹੀ ਨਹੀਂ ਸਕੇਗੀ। ਮਹਾਰਾਜ ਦੇ ਬਚਨ ਨੇ ਨਾ, ਸਾਹਿਬ ਕਹਿੰਦੇ ਕਲ ਮੈਂ ਇਹੋ ਪੁੰਨ, ਸਭ ਤੋਂ ਵੱਡਾ ਪੁੰਨ ਇਸ ਕਲਯੁਗ ਦੇ ਅੰਦਰ ਕਿਹੜਾ? ਗੁਣ ਗੋਬਿੰਦ ਗਾ ਕੇ ਅਕਾਲ ਪੁਰਖ ਦੇ ਗੁਣ ਗਾਈਏ, ਸਿੱਖੀ ਸਦਕ ਆਪਣਾ ਇਤਿਹਾਸ ਪੜ੍ਹੀਏ, ਉਹਨੂੰ ਚੇਤਾ ਰੱਖੀਏ। ਜੇ ਅੰਦਰ ਨਾਮ ਹੋਵੇ ਤੇ ਸੁਰਤੀ ਗਿਆਨ ਵਿੱਚ ਸਿੱਖੀ ਇਤਿਹਾਸ ਹੋਵੇ, ਫਿਰ ਕਦੇ ਅਸੀਂ ਪਾਪਾਂ ਦੇ ਰਸਤੇ 'ਤੇ ਨਹੀਂ ਤੁਰਾਂਗੇ। ਅਸੀਂ ਤੁਰਾਂਗੇ ਉਸ ਰਸਤੇ ਜਿਹੜਾ ਮੇਰੇ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਜਾਂਦਾ ਹੈ। ਮਹਾਰਾਜ ਮਿਹਰ ਕਰਨ, ਸਾਨੂੰ ਆਪ ਹੀ ਖੱਚ ਦੇ ਕੇ ਪਾਪ ਬਿਰਤੀ ਤੋਂ ਬਚਾਉਣ ਤੇ ਆਪਣੇ ਚਰਨਾਂ ਨਾਲ ਜੋੜਨ। ਇੰਨੇ ਬਚਨ ਪ੍ਰਵਾਨ ਕਰਨੇ। ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਅਸੀਂ ਸਦਾ ਹੀ ਦਿਨ ਰਾਤ ਆਪਣੇ ਪਿਆਰੇ ਦੇ ਗੁਣ ਗਾਉਂਦੇ ਰਹੀਏ ਜੀਓ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।